हाँ जी प्यारे विद्यार्थियों, अज असी 10वीं क्लास का लैसन करन लगे हैगे हाँ, जो शुरू किया सी पार्ट 2 रिप्रोडक्शन इन फ्लावरिंग प्लांट। ठीक है, फ्लावरिंग प्लांट च रिप्रोडक्शन किवें हुंदी है। सब तो पहला असी देखते हैं फ्लावर्स किन्ना ते हुंदे हैं एंजियोस्पर्म। एंजियोस्पर्म जिहड़े हैगे आ इन्हां ते फ्लावर राइज होंदे है, तां करके इन्हां दे विच जिहड़े सीड्स है सीड आर कवर्ड विद द मैंब्रेन। ठीक है, तां करके इन्हां नूं कवर्ड सीड्स हुंदे आ, तां करके इन्हां प्लांट्स नूं असीं की कहने आ एंजियोस्पर्म। एंजियोस्पर्म दे विच फ्लावर होणगे, फ्लावर तो अगे सीड फ्रूट बनदा हैगा। तो सीड्स आर इनकलोज्ड बाय मैंब्रेन कोट ਉਹਦੇ साइड ते एक मैंब्रेन होएगी। ठीक है, जिस करके इन्हां नूं एंजियोस्पर्म कहने आ। ਤਾਂ ਇਹ ਟੌਪਿਕ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਫਲਾਵਰ ਦੀ ਸਟਰਕਚਰ ਪਤਾ ਹੋਣਾ ਚਾਹੀਦਾ ਕਿਵੇਂ ਹੈਗਾ ਫਲਾਵਰ। ਸਭ ਤੋਂ ਪਹਿਲਾਂ ਆਹ ਇੱਕ ਡੰਡੀ ਹੁੰਦੀ ਹੈ, ਇੱਥੇ ਗ੍ਰੀਨ ਕਲਰ ਦੀਆਂ ਪੱਤੀਆਂ ਹੁੰਦੀਆਂ, ਇਹਨਾਂ ਨੂੰ ਅਸੀਂ ਕੀ ਕਹਿੰਦੇ ਹੈਗੇ ਆ ਸੈਪਲਸ। ਅਤੇ ਉਸ ਤੋਂ ਬਾਅਦ ਆ ਕਲਰਫੁੱਲ ਠੀਕ ਹੈ ਹੁੰਦੀਆਂ, ਇਹਨਾਂ ਨੂੰ ਪੈਟਲਸ ਬੋਲਦੇ ਹਾਂ। ਸੈਂਟਰ 'ਚ ਜਾਂ ਤਾਂ ਇੱਕ ਅਸੀਂ ਸਿਰਫ ਇੱਕ ਹੀ ਬਣਾ ਰਹੇ ਹੈਗੇ ਆ, ਇੱਦਾਂ ਕਰਕੇ ਤੁਸੀਂ ਓਵਰੀ ਦਿਖਾ ਦਿਓ। ਇਹਦੇ ਵਿੱਚ ਆਪਾਂ ਇੱਕੋ ਹੀ ਅਵਿਊਲ ਦਿਖਾ ਰਹੇ ਹਾਂ। ਠੀਕ ਹੈ, ਅਵਿਊਲ ਮੀਨਸ ਐਗ ਦਿਖਾ ਰਹੇ ਹਾਂ ਇੱਕ, ਅਤੇ ਆਹ ਸਾਈਡਾਂ 'ਤੇ ਕੀ ਹੈ ਤੁਹਾਡੇ ਸਟੇਮਨ ਹੁੰਦੇ ਆ। ਠੀਕ ਹੈ, ਇੱਦਾਂ ਕਰਕੇ ਸਟੇਮਨਸ ਇੱਕ ਬਹੁਤ ਸਾਰੇ ਹੋਣਗੇ ਸਰਾਊਂਡਿੰਗ ਦੀ ਓਵਰੀ। ਤਾਂ ਦੁਬਾਰਾ ਦੇਖੋ ਆਹ ਤੁਹਾਡੀ ਕੀ ਹੈ ਹਰੀਆਂ ਪੱਤੀਆਂ। ਠੀਕ, ਹਰੀਆਂ ਪੱਤੀਆਂ ਰੰਗਦਾਰ ਪੱਤੀਆਂ ਦਾ ਕੀ ਕੰਮ ਹੈਗਾ ਅਟਰੈਕਟ ਕਰਨਾ ਕੀ ਉਹਨਾਂ ਨੂੰ ਇਨਸੈਕਟਸ ਵਗੈਰਾ ਨੂੰ ਫਲਾਵਰ, ਤਾਂ ਕਿ ਪੋਲੀਨੇਸ਼ਨ ਹੋ ਸਕੇ। ਇਹਦੇ ਵਿੱਚ ਆਹ ਸੈਂਟਰ 'ਚ ਜੋ ਦਿਖਾਇਆ ਹੈਗਾ ਸਾਡਾ ਸਟਿਗਮਾ ਸਟਾਈਲ ਓਵਰੀ। ਠੀਕ ਹੈ, ਇਹ ਵਾਲਾ ਰੀਜ਼ਨ ਦਿਖਾਇਆ ਇਹਨੂੰ ਹਜੇ ਹੁਣੀ ਡਿਟੇਲ 'ਚ ਅਸੀਂ ਕਰਨ ਲੱਗੇ ਹੈਗੇ ਆ। ਤਾਂ ਇਹ ਕੀ ਹੈ ਫੀਮੇਲ ਪਾਰਟ ਹੈਗਾ ਜਿਹਨੂੰ ਪਿਸਟਲ ਬੋਲਦੇ ਹੈਗੇ ਆ। ਤਾਂ ਇਹ ਫੀਮੇਲ ਔਰਗਨਸ ਹੈਗੇ ਆ। ਔਰ ਆ ਜਿਹੜੇ ਸਟੇਮਨ ਹੈਗੇ ਆ ਇਹਨਾਂ ਦੀ ਇੱਕ ਲੋਬ ਹੈ ਅਤੇ ਫਿਲਾਮੈਂਟ ਹੈਗਾ। ਲੋਬ ਨੂੰ ਕੀ ਕਹਿੰਦੇ ਆ ਐਂਥਰ। ਇਹਨੂੰ ਡਿਟੇਲ 'ਚ ਦੇਖੋ। ਸਭ ਤੋਂ ਪਹਿਲਾਂ ਪਿਸਟਲ ਦੀ ਸਟਰਕਚਰ ਹੈਗੀ ਹੈ। ਪਿਸਟਲ ਦੇ ਵਿੱਚ ਕਿਆ ਹੋਏਗਾ ਸਟਿਗਮਾ, ਤਾਂ ਇਹਦੇ ਉੱਤੇ ਸਟਿਗਮਾ, ਫਿਰ ਅੱਧਾ ਸਟਾਈਲ ਅਤੇ ਨੀਚੇ ਕੀ ਹੋਏਗੀ ਓਵਰੀ ਹੋਏਗੀ। ਠੀਕ ਹੈ, ਸਟਿਗਮਾ ਸਟਾਈਲ ਔਰ ਓਵਰੀ। ਓਵਰੀ 'ਚ ਇੱਕ ਵਿਊਲ ਵੀ ਹੋ ਸਕਦਾ ਜਾਂ ਮਲਟੀਪਲ ਵੀ ਹੋ ਸਕਦੇ ਆ, ਜਿਵੇਂ ਇੱਥੇ ਮੈਂ ਜ਼ਿਆਦਾ ਵਿਊਲਸ ਦਿਖਾਤੇ। ਵਿਊਲ ਮੀਨਸ ਐਗਸ। ਠੀਕ ਹੈ, ਇਸ ਪਾਰਟ ਨੂੰ ਅਸੀਂ ਸਟਿਗਮਾ ਕਹਿੰਦੇ ਹਾਂ। ਸਟਿਗਮਾ ਆ ਕੀ ਹੋ ਗਿਆ ਸਟਾਈਲ, ਅਤੇ ਆ ਕੀ ਹੋ ਗਈ ਓਵਰੀ। ਇਹਦੇ ਵਿੱਚ ਕੀ ਹੋਣਗੇ ਅਵਿਊਲਸ। ਅਵਿਊਲ ਮੀਨਸ ਅੰਡੇ, ਓਵਰੀ ਮੀਨਸ ਅੰਡਕੋਸ਼। ਸਟਿਗਮਾ ਠੀਕ ਹੈ, ਇੱਕ ਆ ਨੈਕ ਲਾਈਕ ਸਟਰਕਚਰ ਹੈਗੀ ਆ ਪਾਈਪ। ਸਟਿਗਮਾ ਸਟਾਈਲ ਓਵਰੀ, ਅਤੇ ਇਹਦੇ ਵਿੱਚ ਕੀ ਹੋਣਗੇ ਅਵਿਊਲਸ ਹੋਣਗੇ। ਇਸ ਨੂੰ ਪਿਸਟਲ ਬੋਲਦੇ ਹੈਗੇ ਆ। ਔਰ ਜੋ ਮੇਲ ਪਾਰਟ ਹੈ ਉਹ ਕੀ ਹੋਣਗੇ ਫਿਲਾਮੈਂਟ। ਫਿਲਾਮੈਂਟ ਦੇ ਉੱਤੇ ਕੀ ਲੱਗਿਆ ਹੋਏਗਾ ਇੱਦਾਂ ਐਂਥਰ ਦਿਖਾ ਸਕਦੇ ਹੋ ਤੁਸੀਂ। ਠੀਕ, ਤਾਂ ਫਿਲਾਮੈਂਟ ਹੋ ਗਿਆ ਇਹਦਾ, ਅਤੇ ਆ ਕੀ ਹੋ ਗਿਆ ਐਂਥਰ। ਇਹਦੇ ਵਿੱਚ ਜਦੋਂ ਐਂਥਰ ਪੱਕ ਜਾਂਦਾ ਫਟਦਾ ਹੈਗਾ ਇੱਦਾਂ ਕੈਪਸੂਲ ਨੂੰਮਾ, ਇਹਦੇ ਵਿੱਚ ਅੱਗੇ ਖਾਨੇ ਬਣੇ ਹੁੰਦੇ ਆ। ਇਹਦੇ ਵਿੱਚ ਕੀ ਹੋਣਗੇ ਪੋਲਨ ਗ੍ਰੇਨ ਨਾਲ ਇਹ ਭਰਿਆ ਹੋਏਗਾ। ਠੀਕ ਹੈ, ਅਤੇ ਫਟਦਾ ਫਟ ਕੇ ਪੋਲਨ ਗ੍ਰੇਨ ਜਿਹੜੇ ਹੈਗੇ ਆ ਰਿਲੀਜ਼ ਹੋ ਜਾਂਦੇ ਹੈਗੇ ਆ। ਇਹਨਾਂ ਨੂੰ ਕੀ ਕਹਿੰਦੇ ਆ ਪੋਲਨ ਗ੍ਰੇਨਸ ਕਹਿਣਾ। ਠੀਕ, ਤਾਂ ਇਹ ਕੀ ਹੋ ਗਏ ਮੇਲ ਜਰਮ ਸੈੱਲ ਹੋ ਗਏ। ਐਗ ਕੀ ਹੋ ਗਿਆ ਫੀਮੇਲ ਜਰਮ ਸੈੱਲ। ਹੁਣ ਕਿਆ ਹੁੰਦਾ ਇੱਕ ਪੋਲਨ ਦੀ ਸਟਰਕਚਰ ਕਰੋ। ਪੋਲਨ ਇੱਕ ਸਿੰਪਲ ਮੈਂਬਰੇਨ ਹੈ, ਨਿਊਕਲੀਅਸ ਹੈ, ਸਾਈਟੋਪਲਾਜ਼ਮ ਹੋਏਗਾ ਇਹਦੇ ਵਿੱਚ। ਆ ਸਾਈਟੋਪਲਾਜ਼ਮ ਹੈ,
ਤੇ ਇਹਦੇ ਸਾਈਡ ਤੇ ਮੈਂਬਰੇਨ ਹੋਏਗੀ। ਇਸ ਮੈਂਬਰੇਨ ਨੂੰ ਅਸੀਂ ਕੀ ਕਹਿੰਦੇ ਆ, ਐਗਜ਼ਾਈਨ। ਠੀਕ ਹੈ, ਆ ਪਲਾਜ਼ਮਾ ਮੈਂਬਰੇਨ ਹੈ। ਪਲਾਜ਼ਮਾ ਮੈਂਬਰੇਨ ਸਿੰਪਲ ਇੱਕ ਸੈੱਲ ਹੈ ਹੈਵਿੰਗ ਨਿਊਕਲੀਅਸ। ਇਹਨੂੰ ਮੇਲ ਜਰਮ ਸੈੱਲ ਬੋਲਾਂਗੇ, ਜਰਮ ਸੈੱਲ ਕਹਿੰਦੇ ਆ। ਔਰ ਪੋਲਨ ਗ੍ਰੇਨ ਹੈਗਾ, ਇਹਨੂੰ ਪੋਲਨ ਕਹਿੰਦੇ ਆ ਜਾਂ ਪੋਲਨ ਗ੍ਰੇਨ ਤੁਸੀਂ ਕਹਿ ਸਕਦੇ ਹੋ। ਕਿਆ ਹੁੰਦਾ ਜਦੋਂ ਐਂਥਰ ਹੈ, ਐਂਥਰ ਦੇ ਵਿੱਚੋਂ ਐਂਥਰ ਹੈ ਪੱਕ ਗਿਆ, ਇਹਦੇ ਵਿੱਚੋਂ ਪੋਲਨ ਰਿਲੀਜ਼ ਹੋ ਗਏ। ਠੀਕ ਹੈ, ਉਹਨੇ ਪੋਲਨ ਦੀ ਸਟਰਕਚਰ ਕੀਤੀ ਸੀ ਤਾਂ ਉਹ ਹਵਾ ਰਾਹੀਂ, ਵਿੰਡ ਰਾਹੀਂ, ਵਾਟਰ ਰਾਹੀਂ, ਠੀਕ ਹੈ, ਜਾਂ ਬਰਡਸ ਰਾਹੀਂ, ਇਨਸੈਕਟਸ ਰਾਹੀਂ, ਇਨਸੈਕਟਸ ਦੇ ਪੈਰਾਂ ਨਾਲ ਚਿਪਕੇ ਜਾਂ ਹਿਊਮਨ ਬੀਇੰਗ ਦੇ ਰਾਹੀਂ ਡਿਸਪਰਸ ਹੋਣਗੇ। ਠੀਕ ਹੈ, ਡਿਸਪਰਸ ਹੋਣਗੇ ਤਾਂ ਕਈ ਵਾਰੀ ਤੁਹਾਡੇ ਹੱਥਾਂ 'ਤੇ ਪੋਲਨ ਗ੍ਰੇਨ ਲੱਗ ਜਾਂਦੇ ਆ ਯੈਲੋ ਕਲਰ ਦੇ, ਜਾਂ ਅਗਰ ਅਸੀਂ ਪਹਾੜਾਂ 'ਚ ਜਾਈਏ ਤਾਂ ਯੈਲੋ ਸ਼ਾਵਰ ਹੋ ਰਹੀ ਹੁੰਦੀ ਆ ਉਹਨੂੰ ਪੋਲਨਸ। ਠੀਕ ਹੈ, ਬਹੁਤ ਜ਼ਿਆਦਾ ਅਮਾਊਂਟ 'ਚ ਹੁੰਦੇ ਆ ਏਅਰ ਦੇ ਵਿੱਚ, ਉਹਨੂੰ ਸਲਫਰ ਸ਼ਾਵਰ ਵੀ ਕਹਿੰਦੇ ਹੈਗੇ ਆ। ਜਦੋਂ ਮਤਲਬ ਐਂਥਰ ਪੱਕ ਜਾਂਦੇ ਆ ਉਹਦੇ ਵਿੱਚੋਂ ਕੀ ਨਿਕਲਣਗੇ, ਪੋਲਨ ਨਿਕਲਣਗੇ, ਉਹ ਹਵਾ 'ਚ ਫੈਲ ਜਾਣਗੇ। ਠੀਕ ਹੈ, ਤਾਂ ਜ਼ਿਆਦਾ ਅਮਾਊਂਟ ਹੁੰਦੀ ਹੈ, ਇਸ ਕਰਕੇ ਉਹਨੂੰ ਸਲਫਰ ਸ਼ਾਵਰ ਬੋਲਤਾ। ਹੁਣ ਅੱਗੇ ਹੈਗੀ ਹੈ ਫਰਟੀਲਾਈਜੇਸ਼ਨ। ਕਿਸੇ ਵੀ ਮੀਡੀਅਮ ਰਾਹੀਂ ਜਿਹੜਾ ਹੈਗਾ ਹਵਾ ਪਾਣੀ ਰਾਹੀਂ ਜਾਂ ਹਿਊਮਨ ਬੀਇੰਗ ਬਰਡਸ ਦੇ, ਇਨਸੈਕਟਸ ਦੇ ਪੈਰਾਂ ਨਾਲ ਚਿਪਕ ਕੇ ਇਹ ਕੀ ਹੈ, ਪੋਲਨ ਗ੍ਰੇਨ ਕਿੱਥੇ ਆ ਗਏ, ਸਟਿਗਮਾ 'ਤੇ ਲੈਂਡ ਕਰ ਜਾਂਦੇ ਹੈਗੇ ਆ। ਇੱਥੇ ਜਿਹੜੀ ਐਗਜ਼ਾਈਨ ਆ, ਦੇਖੋ ਧਿਆਨ ਨਾਲ, ਐਗਜ਼ਾਈਨ ਹੈ, ਪੋਲਨ ਗ੍ਰੇਨ ਹੈ। ਠੀਕ, ਐਗਜ਼ਾਈਨ ਕੈਮੀਕਲਸ ਦੇ ਨਾਲ ਕੀ ਹੋਏਗੀ, ਟੁੱਟ ਜਾਂਦੀ ਹੈਗੀ ਹੈ ਡਿਊ ਟੂ ਕੈਮੀਕਲਸ। ਤਾਂ ਇੱਕ ਕੀ ਬਣ ਗਈ, ਪੋਲਨ ਟਿਊਬ ਬਣ ਗਈ। ਪੋਲਨ ਟਿਊਬ 'ਚ ਜਿੰਨਾ ਵੀ ਆ ਸਾਈਟੋਪਲਾਜ਼ਮ ਔਰ ਨਿਊਕਲੀਅਸ ਹੈ ਸਾਰਾ ਇਹਦੇ ਵਿੱਚ ਫਲੋ ਕਰ ਜੇਗਾ। ਠੀਕ ਹੈ, ਪੋਲਨ ਟਿਊਬ ਹੈ, ਇਹਦੇ ਵਿੱਚ ਨਿਊਕਲੀਅਸ, ਸਾਈਟੋਪਲਾਜ਼ਮ ਸਾਰਾ ਚਲਾ ਜਾਏਗਾ, ਮੇਨਲੀ ਨਿਊਕਲੀਅਸ। ਠੀਕ, ਇੱਥੇ ਆ ਵਿਊਲ ਦੀ ਸਟਰਕਚਰ ਅਸੀਂ ਕੀਤੀ ਸੀਗੀ ਹੁਣੀ। ਆ ਕੀ ਹੋ ਗਿਆ, ਸਟਿਗਮਾ, ਫਿਰ ਕਿਆ ਹੈ ਸਟਾਈਲ, ਫਿਰ ਕਿਆ ਹੈ ਸਟਾਈਲ, ਦੈਨ ਓਵਰੀ। ਠੀਕ, ਓਵਰੀ ਹੈ। ਤਾਂ ਜਿਹੜੇ ਉਹ ਪੋਲਨ ਤੋਂ ਨਿਊਕਲੀਅਸ ਆਇਆ ਇਸ ਪੋਲਨ ਟਿਊਬ ਰਾਹੀਂ, ਆ ਦੇਖੋ ਥੋੜ੍ਹਾ ਛੋਟਾ ਕਰ ਲਓ, ਇਸ ਪੋਲਨ ਟਿਊਬ ਰਾਹੀਂ, ਠੀਕ ਹੈ, ਨੀਚੋਂ ਦੀ ਜਾ ਕੇ ਅਵਿਊਲ ਦਾ ਐਗ ਸੀਗਾ, ਐਗ ਦੇ ਸੈੱਲ ਦੇ ਨਾਲ ਪੋਲਨ ਦਾ ਸੈੱਲ ਕੀ ਹੈ ਮਿਲ ਗਿਆ। ਇੱਕ ਨਿਊਕਲੀਅਸ ਐਗ ਦਾ ਅਤੇ ਇੱਕ ਪੋਲਨ ਦਾ, ਦੋਨੋਂ ਮਿਲ ਕੇ ਡਬਲ ਨਿਊਕਲੀਅਸ ਹੋ ਗਏ। ਠੀਕ ਹੈ, ਡਿਪਲੋਇਡ ਸਟੇਜ ਬਣ ਜਾਂਦੀ ਹੈ, ਦੋ ਨਿਊਕਲੀਅਸ। ਹੁਣ ਇਹਨੂੰ ਕਹਿੰਦੇ ਆ ਫਰਟੀਲਾਈਜੇਸ਼ਨ। ਕੀ ਹੋਇਆ, ਐਗ ਦਾ ਨਿਊਕਲੀਅਸ, ਐਗ ਨਿਊਕਲੀਅਸ ਕਿਹਦੇ ਨਾਲ ਮਿਲਿਆ, ਪੋਲਨ ਗ੍ਰੇਨ ਦੇ ਨਿਊਕਲੀਅਸ ਨਾਲ, ਨਿਊਕਲੀਅਸ ਨਾਲ ਫਿਊਜ਼ ਕਰ ਗਿਆ, ਫਿਊਜ਼ ਕਰ ਗਿਆ। ਤਾਂ ਇਸ ਨੂੰ ਅਸੀਂ ਕੀ ਕਹਾਂਗੇ, ਫਰਟੀਲਾਈਜੇਸ਼ਨ। Fertilization is a fusion of the germ cells of the egg and pollen grain। ਤਾਂ ਉਹਦੇ ਰਿਜ਼ਲਟਿੰਗ ਤੁਹਾਡਾ ਕੀ ਬਣ ਜਾਏਗਾ, ਜਾਈਗੋਟ। ਜਾਈਗੋਟ ਹੌਲੀ ਹੌਲੀ ਇਹਦੇ ਵਿੱਚ ਫੂਡ, ਠੀਕ ਹੈ, ਫੂਡ ਇਕੱਠਾ ਹੁੰਦਾ ਜਾਂਦਾ ਅਤੇ ਇਹਦੇ ਬਾਹਰਲੀ ਆਹ ਲੇਅਰ ਬਣ ਜਾਏਗੀ ਜਿਹੜੇ ਇਹਦੇ ਸੀਡ ਕੋਟ ਬਣਾਏਗੀ। ਤਾਂ ਫਰਟੀਲਾਈਜ਼ਡ ਐਗ, ਫਰਟੀਲਾਈਜ਼ਡ ਐਗ ਤੋਂ ਕੀ ਬਣੇਗਾ, ਤੁਹਾਡਾ ਸੀਡ। ਔਰ ਜਿਹੜੀ ਆ ਓਵਰੀ ਹੈ ਇਹਦੇ ਵਿੱਚ ਵੀ ਸਾਈਡਾਂ 'ਤੇ, ਠੀਕ ਆ, ਓਵਰੀ ਹੈ, ਇਸ ਦੇ ਵਿੱਚ ਵੀ ਫੂਡ ਜਮ੍ਹਾਂ ਹੁੰਦਾ ਜਾਂਦਾ। ਤਾਂ ਇਹ ਕਿਆ ਬਣ ਜਾਏਗੀ, ਫਰੂਟ। ਠੀਕ ਹੈ, ਅਤੇ ਆਹ ਜਿਹੜਾ ਫਰਟੀਲਾਈਜ਼ਡ ਐਗ ਸੀਗਾ ਇਹਦੇ ਵਿੱਚ ਆਪਣਾ ਨਿਊਕਲੀਅਸ ਸੀ, ਇੱਕ ਨਿਊਕਲੀਅਸ ਕਿੱਥੋਂ ਆ ਗਿਆ, ਪੋਲਨ ਗ੍ਰੇਨ ਤੋਂ, ਤਾਂ ਡਬਲ ਨਿਊਕਲੀਅਸ ਹੋ ਗਏ। ਠੀਕ ਹੈ, ਫਰਟੀਲਾਈਜ਼ਡ ਹੋ ਗਿਆ ਐਗ, ਤਾਂ ਇਹ ਕੀ ਬਣਾਏਗਾ, ਸੀਡ ਬਣਾਏਗਾ। ਔਰ ਓਵਰੀ ਕੀ ਬਣਾਏਗੀ, ਫਰੂਟ ਬਣਾਏਗੀ। ਔਰ ਬਾਕੀ ਪਾਰਟ ਜਿਹੜੇ ਹੈਗੇ ਆ ਸਟਾਈਲ ਵਗੈਰਾ, ਇਹ ਕੀ ਹੈ, ਡੀਜਨਰੇਟ ਹੋ ਜਾਂਦੇ ਆ, ਡੀਜਨਰੇਟ ਹੋ ਜਾਣਗੇ, ਖਤਮ ਹੋ ਜਾਣਗੇ।
ਠੀਕ ਹੈ। ਤਾਂ ਇਹ ਹੁੰਦਾ ਫਰਟੀਲਾਈਜੇਸ਼ਨ। ਜਿਹੜਾ ਪੋਲਨ ਹੈ ਉਹ ਕਿਵੇਂ ਪਹੁੰਚਿਆ? ਹਵਾ ਰਾਹੀਂ। ਕਿੱਥੇ ਪਹੁੰਚਿਆ? ਸਟਿਗਮਾ 'ਤੇ। ਹਵਾ, ਪਾਣੀ, ਉਸ ਦੇ ਰਾਹੀਂ। ਤਾਂ ਇਹਨੂੰ ਕੀ ਕਹਿੰਦੇ ਆ? ਪੋਲੀਨੇਸ਼ਨ। ਪੋਲੀਨੇਸ਼ਨ ਕਿਹਦੇ ਰਾਹੀਂ ਹੋਈ? ਇਨਸੈਕਟਸ ਰਾਹੀਂ, ਹਿਊਮਨ ਬੀਇੰਗ ਰਾਹੀਂ, ਠੀਕ ਆ, ਹਵਾ ਰਾਹੀਂ। ਹਵਾ, ਪਾਣੀ, ਐਨੀ ਮੀਡੀਅਮ ਜਿਹੜਾ ਪੋਲਨਸ ਨੂੰ ਡਿਸਪਰਸ ਕਰਨ 'ਚ ਹੈਲਪ ਕਰਦਾ ਉਹਨੂੰ ਪੋਲੀਨੇਸ਼ਨ ਕਹਿੰਦੇ ਆ। ਫਿਊਜ਼ਨ ਆਫ ਦੀ ਜਰਮ ਸੈੱਲ ਉਹਨੂੰ ਅਸੀਂ ਕੀ ਕਹਿੰਦੇ ਆ? ਫਰਟੀਲਾਈਜੇਸ਼ਨ ਬੋਲਦੇ ਹੈਗੇ ਆ। ਔਰ ਜਿਹਦੇ ਕਈ ਪਲਾਂਟਸ ਇੱਦਾਂ ਦੇ ਹੁੰਦੇ ਆ ਯੂਨੀਸੈਕਸ਼ੂਅਲ। ਯੂਨੀਸੈਕਸ਼ੂਅਲ ਦਾ ਮੀਨਸ ਕੀ ਹੈਗਾ? ਜਿਹਦੇ ਵਿੱਚ ਜਿਵੇਂ ਪਪਾਇਆ ਅਤੇ ਵਾਟਰਮਿਲੋਨ ਐਗਜ਼ਾਮਪਲ ਲਈ ਹੈਗੀ ਹੈ। ਯੂਨੀਸੈਕਸ਼ੂਅਲ ਦਾ ਮੀਨਸ ਹੈਗਾ ਜਿਹਦੇ ਵਿੱਚ ਮੇਲ ਅਤੇ ਫੀਮੇਲ ਫਲਾਵਰ ਅਲੱਗ ਅਲੱਗ ਹੋਣ। ਇੱਕ ਫਲਾਵਰ ਹੋਏਗਾ, ਠੀਕ ਹੈ, ਜਿਹਦੇ ਵਿੱਚ ਸਿਰਫ ਮੇਲ ਪਾਰਟਸ ਹੋਣਗੇ। ਸਿਰਫ ਕੀ ਹੋਣਗੇ? ਸਿਰਫ ਸਟੇਮਨਸ ਹੋਣਗੇ, ਠੀਕ ਹੈ। ਦੂਜਾ ਫਲਾਵਰ ਹੋਏਗਾ ਜਿਹਦੇ ਵਿੱਚ ਸਿਰਫ ਇਕੱਲੇ ਪਿਸਟਲਸ ਹੋਣਗੇ। ਤਾਂ ਮੇਲ ਅਤੇ ਫੀਮੇਲ ਫਲਾਵਰਸ ਕੀ ਆ? ਅਲੱਗ ਅਲੱਗ ਹੈਗੇ ਆ। ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਮੋਨੋਸ਼ੀਅਸ, ਯੂਨੀਸੈਲੂਲਰ, ਪਪਾਇਆ ਅਤੇ ਵਾਟਰਮੈਲਨ। ਔਰ ਬਾਈਸੈਕਸ਼ੂਅਲ ਜਿਨ੍ਹਾਂ ਦੇ ਵਿੱਚ ਇੱਕੋ ਹੀ ਫਲਾਵਰਸ ਦੇ ਵਿੱਚ, ਜਦੋਂ ਅਸੀਂ ਫਲਾਵਰ ਦੀ ਸਟਰਕਚਰ ਕੀਤੀ ਸੀ ਸਿੰਪਲ ਜੀ ਡਾਇਗਰਾਮ, ਠੀਕ ਹੈ, ਆਹ ਕਲਰਫੁੱਲ ਹੈਗਾ, ਪੈਟਲਸ ਹੈਗੀਆਂ, ਇੱਥੇ ਅਸੀਂ ਇੱਦਾਂ ਕਰਕੇ ਕੀਤਾ ਸੀ ਨਾ, ਠੀਕ ਹੈ। ਤਾਂ ਦੋਨੋਂ ਔਰਗਨਸ ਇੱਕੋ ਜਿਹੇ ਹੈਗੇ ਆ, ਠੀਕ ਹੈ। ਮੇਲ ਪਿਸਟਲ ਅਤੇ ਐਂਥਰ, ਜਿਹਨੂੰ ਐਂਥਰ ਹੀ ਬੋਲੋ, ਸਟੇਮਨ ਦੋਨੋਂ ਇੱਕੋ ਫਲਾਵਰ 'ਚ ਹੈਗੇ ਆ। ਤਾਂ ਉਹਨਾਂ ਨੂੰ ਬਾਈਸੈਕਸ਼ੂਅਲ ਫਲਾਵਰਸ ਬੋਲਣਾ। ਜਿਵੇਂ ਹਬਿਸਕਸ ਅਤੇ ਮਸਟਰਡ। ਹਬਿਸਕਸ ਰੋਜ਼ਾ, ਠੀਕ ਹੈ, ਲੱਗਿਆ ਤਾਂ ਸਕੂਲ 'ਚ ਲੱਗੇ ਹੁੰਦੇ ਆ ਹਬਿਸਕਸ ਰੋਜ਼ਾ, ਯੂ ਕੈਨ ਸੀ। ਮਸਟਰਡ ਦਾ ਮੀਨਸ ਸਰੋਂ। ਤਾਂ ਦੋਨੋਂ ਜਿਹੜੇ ਸਟੇਮਨ ਅਤੇ ਪਿਸਟਲਸ ਆ ਉਹ ਇੱਕੋ ਦੇ ਵਿੱਚ ਹੋਣ, ਉਹਨਾਂ ਨੂੰ ਯੂਨੀਸੈਕਸ਼ੂਅਲ ਵਿੱਚ ਕੰਟੇਨ ਆਈਦਰ ਸਟੇਮਨ ਔਰ ਕਾਰਪਲਸ। ਜਾਂ ਤਾਂ ਉਹਦੇ ਵਿੱਚ ਸਟੇਮਨ ਹੋਣਗੇ ਜਾਂ ਕਾਰਪਲਸ ਹੋਣਗੇ। ਬਾਈਸੈਕਸ਼ੂਅਲ 'ਚ ਜਿਨ੍ਹਾਂ 'ਚ ਇੱਕੋ ਹੀ ਫਲਾਵਰ ਦੇ ਵਿੱਚ ਦੋਨੋਂ ਸਟੇਮਨ ਅਤੇ ਪਿਸਟਲਸ ਹੋਣਗੇ। ਤਾਂ ਦਿਸ ਇਜ਼ ਦੀ ਇੰਪੋਰਟੈਂਟ ਪੁਆਇੰਟ, ਠੀਕ ਹੈ। ਫਰਟੀਲਾਈਜੇਸ਼ਨ ਤੁਹਾਨੂੰ ਸਮਝ ਆ ਚੁੱਕੀ ਹੈਗੀ ਹੈ ਸਾਰਾ। ਤਾਂ ਪੋਲਨ ਗ੍ਰੇਨ ਆਇਆ। ਪੋਲਨ ਗ੍ਰੇਨ ਜਿਹੜਾ ਹੈਗਾ ਪੋਲਨ ਟਿਊਬ ਬਣ ਗਈ। ਪੋਲਨ ਟਿਊਬ ਦੇ ਰਾਹੀਂ ਨਿਊਕਲੀਅਸ ਜਿਹੜਾ ਹੈ ਜਾ ਰਿਹਾ ਹੈਗਾ, ਕਿੱਥੇ ਪਹੁੰਚ ਗਿਆ? ਅਵਿਊਲ ਦੇ ਵਿੱਚ। ਇੱਥੇ ਅਵਿਊਲ ਦੇ ਵਿੱਚ ਖੁਦ ਦਾ ਨਿਊਕਲੀਅਸ ਸੀ। ਇੱਕ ਨਿਊਕਲੀਅਸ ਕਿੱਥੋਂ ਆਇਆ? ਕਿਹਦਾ ਆਇਆ? ਪੋਲਨ ਗ੍ਰੇਨ ਤੋਂ। ਤਾਂ ਫਿਊਜ਼ਨ ਆਫ ਦੀ 2 ਜਰਮ ਨਿਊਕਲੀਅਸ। ਤਾਂ ਇਹਦੇ ਰਿਜ਼ਲਟਿੰਗ ਕੀ ਬਣ ਗਿਆ ਤੁਹਾਡਾ? ਜਾਈਗੋਟ ਜਿਹੜਾ ਹੈਗਾ ਅੱਗੇ ਇਹਦੇ ਵਿੱਚ ਫੂਡ 2n ਹੋਏਗਾ। ਡਬਲ ਨੰਬਰ ਆਫ ਕ੍ਰੋਮੋਸੋਮਸ ਹੋਣਗੇ। ਇਹਦੇ ਸੀਡ ਕੋਟ ਡਿਵੈਲਪ ਹੋ ਜਾਂਦੀ ਹੈ, ਫੂਡ ਸਟੋਰੇਜ ਹੋ ਜਾਂਦਾ। ਤਾਂ ਜਾਈਗੋਟ ਤੋਂ ਕੀ ਬਣੇਗਾ? ਸੀਡ ਬਣੇਗਾ। ਸੀਡ 'ਚ ਕੀ ਹੁੰਦਾ? ਐਂਬਰੀਓ ਹੁੰਦਾ। ਐਂਬਰੀਓਨਿਕ ਪਲਾਂਟ ਹੋਏਗਾ। ਸੀਡਸ ਐਂਬਰੀਓ ਜਾਂ ਜਾਈਗੋਟ ਸਟੇਜ ਹੁੰਦੀ ਹੈ। ਅਤੇ ਜਿਹੜੀ ਆ ਓਵਰੀ ਹੈ, ਓਵਰੀ ਕਿਸ 'ਚ ਕਨਵਰਟ ਹੋ ਜਾਏਗੀ? ਫਰਟੀਲਾਈਜ਼ਡ ਓਵਰੀ ਕਿਸ 'ਚ ਕਨਵਰਟ ਹੋ ਜਾਏਗੀ? ਫਰੂਟ 'ਚ। ਅਤੇ ਫਰਟੀਲਾਈਜ਼ਡ ਐਗ, ਫਰਟੀਲਾਈਜ਼ਡ ਓਵਿਊਲ ਤੋਂ ਕੀ ਬਣੇਗਾ ਤੁਹਾਡਾ? ਸੀਡ ਬਣੇਗਾ, ਠੀਕ ਹੈ। ਅਤੇ ਇੱਦਾਂ ਕਰਕੇ ਇਹਨੂੰ ਫਰਟੀਲਾਈਜੇਸ਼ਨ ਕਹਿੰਦੇ ਆ। ਤੁਸੀਂ ਦੇਖ ਸਕਦੇ ਹੈਗੇ ਹੋ, ਤੁਸੀਂ ਥੋੜ੍ਹੇ ਜਿਹੇ ਬਲੈਕ ਚਨੇ ਬੈਂਗਲਗ੍ਰਾਮ ਭਿਓਂ ਕੇ ਰੱਖ ਦਿਓ, ਠੀਕ ਹੈ। ਉਹਨੂੰ ਇੱਕ ਮਸਲੀਨ ਕਲੋਥ 'ਚ ਬੰਨ੍ਹ ਕੇ ਥੋੜ੍ਹੇ ਕੁ ਦਿਨ ਰੱਖੋ। ਥੋੜ੍ਹੇ ਦਿਨ ਨਹੀਂ, ਇੱਕ ਦਿਨ ਹੀ ਰੱਖੋ ਤਾਂ ਉਹ ਫੁੱਲ ਜਾਣਗੇ। ਇਹਨਾਂ ਦੇ ਕੀ ਹੋ ਗਏ? ਕੋਟੀਲੀਡਨਸ। ਇਹਦੇ ਵਿੱਚ ਇੱਦਾਂ ਇੱਕ ਟਾਈਨੀ ਪਲਾਂਟ ਹੁੰਦਾ, ਠੀਕ ਹੈ। ਇਹਦੇ ਨਿਚਲੇ ਹਿੱਸੇ ਨੂੰ ਕੀ ਕਹਿੰਦੇ ਆ? ਰੈਡੀਕਲ। ਉੱਪਰਲੇ ਨੂੰ ਕੀ ਬੋਲਦੇ ਆ? ਪਲਿਊਮੂਲ। ਐਂਬਰੀਓਨਿਕ ਪਲਾਂਟ ਹੈਗਾ। ਯਾਦ ਕਿਵੇਂ ਕਰਨਾ? R ਫੋਰ ਰੈਡੀਕਲ, R ਫੋਰ ਰੂਟ। ਤਾਂ ਰੈਡੀਕਲ ਜਦੋਂ ਮੈਚਿਓਰ ਹੋ ਕੇ ਕਿਸ 'ਚ ਬਣੇਗਾ? ਰੂਟ 'ਚ। ਪਲਿਊਮੂਲ ਤੋਂ ਕੀ ਬਣੇਗਾ? ਸਟੈਮ ਡਿਵੈਲਪ ਹੋਏਗਾ। ਤਾਂ ਇੱਦਾਂ, ਠੀਕ ਹੈ। ਇਹ ਟਾਈਨੀ ਪਲਾਂਟ ਹੈਗਾ ਐਂਬਰੀਓਨਿਕ ਪਲਾਂਟ ਇਨ ਦੀ ਕੋਟੀਲੀਡਨਸ। ਇਹ ਕੋਟੀਲੀਡਨਸ
ਦੇ ਵਿੱਚ ਫੂਡ ਸਟੋਰੇਜ ਹੈਗਾ ਜਿਹੜਾ ਕਿ ਪਲਾਂਟ ਨੂੰ ਨਰਿਸ਼ ਕਰੇਗਾ। ਇਸ ਨੂੰ ਜਰਮੀਨੇਸ਼ਨ ਕਹਿੰਦੇ ਆ। ਜਰਮੀਨੇਸ਼ਨ ਮੀਨਸ ਪੁੰਗਰਨਾ। ਜਦੋਂ ਇਹਦੇ ਵਿੱਚ ਐਂਬਰੀਓਨਿਕ ਪਲਾਂਟ ਹੈਗਾ ਪਲਿਊਮੂਲ ਤੇ ਰੈਡੀਕਲ, ਇਹਨੂੰ ਪਲਿਊਮੂਲ ਕਹਿਣਾ, ਇਹਨੂੰ ਰੈਡੀਕਲ ਮੀਨਸ ਰੈਡੀਕਲ ਵਰਡ ਤੋਂ ਯਾਦ ਕਰ ਲਓ, ਰੂਟ 'ਚ ਡਿਵੈਲਪ ਹੋਏਗਾ ਅਤੇ ਪਲਿਊਮੂਲ ਕਿਸ 'ਚ ਡਿਵੈਲਪ ਹੋਏਗਾ, ਸਟੈਮ ਪਾਰਟ 'ਚ। ਠੀਕ ਹੈ, ਦਿਸ ਇਜ਼ ਨੋਨ ਐਜ਼ ਦੀ ਜਰਮੀਨੇਸ਼ਨ। ਐਕਟੀਵਿਟੀ ਤੁਸੀਂ ਕਰ ਲਈ ਹੈਗੀ। ਰੋਜ਼ ਹੀ ਘਰ ਦੇ ਵਿੱਚ ਚਨੇ ਵਗੈਰਾ ਭਿਓਂਦੇ ਹੋ, ਉਹਨਾਂ ਨੂੰ ਤੁਸੀਂ ਇੱਕ ਕੱਪੜੇ 'ਚ ਬੰਨ੍ਹ ਕੇ ਰੱਖ ਦਿਓ, ਵੈਟ ਕਲੋਥ ਦੇ ਵਿੱਚ, ਕਾਟਨ ਦੇ ਵਿੱਚ, ਤਾਂ ਤੁਸੀਂ ਦੇਖੋਗੇ ਇਹ ਪੁੰਗਰ ਜਾਣਗੇ, ਜਰਮੀਨੇਟ ਕਰਨਗੇ। ਦਿਸ ਵੇ ਯੂ ਕੈਨ ਸੀ ਹੋਲ ਰਿਵੀਜ਼ਨ। ਸੈਕਸ਼ੂਅਲ ਰਿਪਰੋਡਕਸ਼ਨ ਇਨ ਫਲਾਵਰਿੰਗ ਪਲਾਂਟ। ਐਂਜੀਓਸਪਰਮ ਕੀ ਹੁੰਦੇ ਆ, ਹੁਣ ਤੁਸੀਂ ਸਮਝ ਸਕਦੇ ਹੋ ਐਂਜੀਓਸਪਰਮ ਕੀ ਹੈਗੇ ਆ। ਐਂਜੀਓਸਪਰਮ ਦੇਖੋ ਨਾ, ਓਵਰੀ ਹੈ, ਓਵਰੀ ਦਾ ਕੀ ਬਣ ਗਿਆ, ਫਰੂਟ, ਔਰ ਓਵਿਊਲ ਦਾ ਕੀ ਬਣ ਗਿਆ, ਸੀਡ ਬਣ ਗਿਆ। ਠੀਕ ਹੈ, ਤਾਂ ਸੀਡਸ ਜਿਹੜੇ ਹੈਗੇ ਆ ਕਵਰਡ ਹੈ। ਕਵਰਡ ਮੀਨਸ ਫਰੂਟ ਦੇ ਵਿੱਚ ਅੰਦਰ ਹੈਗੇ ਹੈ, ਜਾਂ ਸੀਡ ਕੋਟ ਹੈ, ਇਹਨਾਂ ਦੇ ਸਾਈਡ 'ਤੇ ਲੇਅਰ ਹੈਗੀ ਹੈ, ਤਾਂ ਕਰਕੇ ਇਹਨਾਂ ਨੂੰ ਕਿਹੜੀ ਕਲਾਸ 'ਚ ਰੱਖਿਆ ਹੋਇਆ, ਐਂਜੀਓਸਪਰਮ। ਐਂਜੀਓਸਪਰਮ ਮੀਨਸ ਸੀਡ ਜਿਹੜੇ ਹੈਗੇ ਕਵਰਡ ਹੈਗੇ ਆ, ਸਾਈਡ 'ਤੇ ਸੀਡ ਕੋਟ ਹੋਏਗੀ, ਔਰ ਦੇ ਆਰ ਇਨਕਲੋਜ਼ਡ ਇਨ ਫਰੂਟ। ਯੂ ਕੈਨ ਸੀ ਦੀ ਐਪਲ ਇਜ਼ ਦੀ ਬੈਸਟ ਐਗਜ਼ਾਮਪਲ। ਤਾਂ ਇਹਦੇ ਵਿੱਚ ਤੁਸੀਂ ਬੜੇ ਵਿਜ਼ੀਬਲੀ ਦੇਖ ਸਕਦੇ ਹੋ, ਇੱਥੇ ਤੁਹਾਡੇ ਸੀਡਸ ਪਏ ਹੁੰਦੇ ਆ। ਕੀ ਬਚਿਆ ਹੈਗਾ ਐਪਲ ਦੇ ਵਿੱਚ, ਕੀ ਹੋ ਗਿਆ, ਫਰੂਟ ਪਾਰਟ, ਥੈਲਮਸ। ਠੀਕ ਹੈ, ਓਵਰੀ ਵਾਲਾ ਹਿੱਸਾ, ਓਵਰੀ ਦੇ ਵਿੱਚ ਕੀ ਪਏ ਹੈਗੇ ਆ, ਸੀਡਸ। ਥੋੜ੍ਹਾ ਜਿਹਾ ਪਾਰਟ ਤੁਹਾਡਾ ਸਟਿਗਮਾ ਦਾ ਬਚਿਆ ਹੋਇਆ। ਦਿਸ ਵੇ ਯੂ ਕੈਨ ਸੀ ਦੈਟ ਦੀ ਓਵਰੀ ਵਿਲ ਡਿਵੈਲਪ ਹੈ। ਅੰਡਕੋਸ਼ ਕਿਸ 'ਚ ਡਿਵੈਲਪ ਹੋ ਜਾਏਗਾ, ਫਰੂਟ ਦੇ ਵਿੱਚ। ਠੀਕ ਹੈ, ਦੁਬਾਰਾ ਦੇਖਣਾ ਤਾਂ ਦੁਬਾਰਾ ਦੇਖ ਲਓ। ਫਿਲਾਮੈਂਟ ਹੈ, ਇਹਦੇ ਉੱਤੇ ਐਂਥਰ ਲੱਗੇ ਆ। ਠੀਕ ਹੈ, ਇਹਨੂੰ ਸਟੇਮਨ ਕਹਿੰਦੇ ਆ, ਸਟੇਮਨ ਬੋਲਦੇ ਹੈਗੇ ਆ। ਅਗਰ ਇਹਦੀ ਅੰਦਰੋਂ ਸਟਰਕਚਰ ਦੇਖੀ ਜਾਵੇ ਇੱਦਾਂ ਕਰਕੇ, ਇਹਦੇ ਵਿੱਚ ਪੋਲਨ ਗ੍ਰੇਨ ਹੁੰਦੇ ਆ। ਜਦੋਂ ਇਹ ਪੱਕ ਜਾਏਗਾ, ਫਟ ਜਾਏਗਾ, ਪੋਲਨ ਗ੍ਰੇਨ ਰਿਲੀਜ਼ ਹੋ ਜਾਣਗੇ ਹਵਾ ਪਾਣੀ ਰਾਹੀਂ ਜਾਂ ਮਨੁੱਖ ਰਾਹੀਂ, ਇਨਸੈਕਟਸ ਰਾਹੀਂ। ਕੀ ਇਹਨਾਂ ਦੀ ਡਿਸਪਰਸਲ ਹੋਏਗੀ, ਉਹਨੂੰ ਪੋਲੀਨੇਸ਼ਨ ਕਹਿੰਦੇ ਆ। ਫਿਰ ਇਹ ਪੋਲਨ ਗ੍ਰੇਨ 'ਚ ਆ ਕੇ ਕਿੱਥੇ ਗਏ, ਸਟਿਗਮਾ 'ਤੇ ਲੈਂਡ ਕਰ ਗਏ। ਉੱਥੇ ਇਹਨਾਂ ਤੋਂ ਪੋਲਨ ਟਿਊਬ ਡਿਵੈਲਪ ਹੋਈ। ਪੋਲਨ ਟਿਊਬ ਜਿਹੜੀ ਦੇ ਰਾਹੀਂ ਮੇਲ ਜਰਮ ਸੈੱਲ ਔਰ ਸਾਰਾ ਸਾਈਟੋਪਲਾਜ਼ਮ ਪੋਲਨ ਟਿਊਬ ਦੇ ਰਾਹੀਂ ਓਵਰੀ 'ਚ ਜਾਏਗਾ। ਓਵਰੀ 'ਚ ਜਾ ਕੇ ਉੱਥੇ ਇਹਦੇ ਐਗ ਦੇ ਨਿਊਕਲੀਅਸ ਨਾਲ ਕੰਬਾਈਨ ਕਰੇਗਾ। ਇਹ ਵਿਊਲ ਦਿਖਾਇਆ, ਵਿਊਲ ਦੇ ਨਿਊਕਲੀਅਸ ਦੇ ਨਾਲ ਪੋਲਨ ਦਾ ਨਿਊਕਲੀਅਸ ਕੰਬਾਈਨ ਕਰ ਗਿਆ ਤਾਂ ਜਾਈਗੋਟ ਬਣੇਗਾ। ਜਾਈਗੋਟ ਨੂੰ ਅਸੀਂ ਐਂਬਰੀਓ ਕਹਿ ਸਕਦੇ ਹਾਂ, ਅਤੇ ਉਹ ਸੀਡ 'ਚ ਡਿਵੈਲਪ ਹੋ ਜਾਏਗਾ। ਜਿਹੜੀ ਓਵਰੀ ਆ ਉਹ ਤੋਂ ਫਰੂਟ ਬਣੇਗਾ। ਠੀਕ ਆ, ਥੋੜ੍ਹਾ ਜਿਹਾ ਸਟਿਗਮਾ ਰਹਿ ਜਾਂਦਾ, ਬਾਕੀ ਸਾਰੇ ਹਿੱਸੇ ਕੀ ਹੈ, ਡੀਜਨਰੇਟ ਹੋ ਜਾਂਦੇ ਆ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸੀਡ ਦਿਖਾਇਆ ਹੈਗਾ, ਚਨੇ ਭਿਉਂ ਕੇ ਰੱਖਦੇ ਆ। ਇੱਥੇ ਇਹਦੇ ਛੋਟਾ ਜਿਹਾ ਪੋਰ ਹੈ, ਇਹਨੂੰ ਮਾਈਕਰੋਪਾਈਲ ਕਹਿੰਦੇ ਆ। ਮਾਈਕਰੋਪਾਈਲ ਇਹਦੇ ਰਾਹੀਂ ਕੀ ਹੈ, ਵਾਟਰ ਅਬਜ਼ੋਰਬ ਕਰੇਗਾ, ਔਰ ਇਹ ਸੀਡ ਕੋਟੀਲੀਡੋਨਸ ਜਿਹੜੇ ਹੈਗੇ ਆ ਉਹ ਫੁੱਲ ਜਾਣਗੇ। ਉਸ ਤੋਂ ਬਾਅਦ ਤੁਸੀਂ ਇਹਨੂੰ ਅਲੱਗ-ਅਲੱਗ ਕਰਕੇ ਡਾਈਕੋਟ ਦਾ ਮੀਨਸ 2 ਕੋਟੀਲੀਡੋਨ ਹੈ। ਡਾਈਕੋਟੀਕੋਟਸ ਕਣਕ ਵਗੈਰਾ ਹੁੰਦੀ ਆ, ਉਹਦੇ ਵਿੱਚ ਮੋਨੋਕੋਟਸ ਹੁੰਦੇ ਆ। ਠੀਕ ਹੈ, ਉਹਨੂੰ ਇੱਦਾਂ ਨਹੀਂ ਤੋੜ ਸਕਦੇ ਤੁਸੀਂ 2 ਹਿੱਸਿਆਂ 'ਚ। ਤਾਂ ਇਹ ਕੀ ਹੈ, ਡਾਈਕੋਟ ਹੈਗਾ। ਇਹਦੇ ਵਿੱਚ ਐਂਬਰੀਓਨਿਕ ਪਲਾਂਟ ਹੈ। ਐਂਬਰੀਓਨਿਕ ਪਲਾਂਟ ਦਾ ਪਲਿਊਮੂਲ ਅਤੇ ਰੈਡੀਕਲ ਰੂਟ ਬਣੇਗਾ ਫਿਊਚਰ 'ਚ, ਅਤੇ ਪਲਿਊਮੂਲ ਤੋਂ ਕੀ ਬਣੇਗਾ, ਸ਼ੂਟ ਬਣੇਗੀ। ਇਸ ਪ੍ਰੋਸੈਸ ਨੂੰ ਜਰਮੀਨੇਸ਼ਨ ਕਹਿੰਦੇ ਆ। ਤਾਂ ਪੋਲੀਨੇਸ਼ਨ, ਫਰਟੀਲਾਈਜੇਸ਼ਨ, ਜਰਮੀਨੇਸ਼ਨ। ਪਹਿਲਾਂ ਫਲਾਵਰ ਦੇ ਪਾਰਟਸ ਪੜ੍ਹੋ ਇੱਦਾਂ ਸਟੈਪ ਵਾਈਜ਼। ਪਹਿਲਾਂ ਪਾਰਟਸ ਆਫ ਫਲਾਵਰ ਰੀਡ ਕਰੋ। ਠੀਕ ਹੈ, ਪਾਰਟਸ ਆਫ ਫਲਾਵਰ, ਫਿਰ ਸਟੇਮਨ ਅਤੇ ਉਹਦੀ ਪਿਸਟਲ ਦੀ ਸਟਰਕਚਰ ਅੱਛੀ ਤਰ੍ਹਾਂ ਕਰੋ। ਦੈਨ ਪੋਲੀਨੇਸ਼ਨ ਔਰ ਪੋਲਨ ਦੀ ਕਿਵੇਂ ਹੁੰਦੀ ਹੈ, ਪੋਲਨ ਗ੍ਰੇਨ ਦੀ ਸਟਰਕਚਰ। ਪੋਲੀਨੇਸ਼ਨ ਕਿਵੇਂ ਹੁੰਦੀ ਹੈ, ਸੈਲਫ ਪੋਲੀਨੇਸ਼ਨ ਦਾ ਮੀਨਸ ਕੀ ਹੋਏਗਾ, ਸੈਲਫ ਪੋਲੀਨੇਸ਼ਨ ਆਪਣੇ ਹੀ, ਠੀਕ ਹੈ, ਇੱਕੋ ਹੀ ਆਪਣੇ ਹੀ ਐਂਥਰ, ਇੱਕੋ ਹੀ ਫਲਾਵਰ ਦੇ
ਉਸ ਤੋਂ ਸਟੇਮਨ ਤੋਂ ਪੁੱਲਨਸ ਦਾ ਜਾ ਕੇ ਸਟਿਗਮਾ ਨੂੰ ਤੇ ਜਾਣਾ, ਤਾਂ ਇਹਨੂੰ ਸੈਲਫ ਪੋਲੀਨੇਸ਼ਨ ਕਵਾਂਗੇ। ਕ੍ਰੋਸ ਪੋਲੀਨੇਸ਼ਨ ਕਿਆ ਹੁੰਦੀ ਹੈਗੀ ਆ, ਕਿਸੇ ਹੋਰ ਮਤਲਬ ਫਲਾਵਰ ਦੇ ਸਟੇਮਨ, ਠੀਕ ਹੈ, ਕਿਸੇ ਹੋਰ ਫਲਾਵਰ ਦੇ ਉਸ ਨੂੰ ਕਰਨ, ਪੋਲੀਨੇਟ ਕਰਨ, ਤਾਂ ਇਹਨੂੰ ਕ੍ਰੋਸ ਪੋਲੀਨੇਸ਼ਨ ਕਹਿੰਦੇ ਆ। ਠੀਕ ਆ। ਉਸ ਤੋਂ ਬਾਅਦ ਆ ਗਿਆ ਫਰਟੀਲਾਈਜੇਸ਼ਨ। ਫਰਟੀਲਾਈਜੇਸ਼ਨ ਤੋਂ ਬਾਅਦ ਜਰਮੀਨੇਸ਼ਨ ਹੈ। ਐਕਸਪੈਰੀਮੈਂਟ ਹੈਗਾ, ਥੋੜ੍ਹਾ ਜਿਹਾ ਹਾਂ ਐਕਟੀਵਿਟੀ ਹੈਗੀ, ਯੂ ਕੈਨ ਡੂ। ਓਕੇ, ਥੈਂਕ ਯੂ ਫॉर ਅੰਡਰਸਟੈਂਡਿੰਗ। ਓਕੇ।